ਹੈਲੋ। ਸੋ ਅੱਜ ਦਾ ਆਪਣਾ ਟੌਪਿਕ ਹੈਗਾ ਬੇਸਿਕ ਟਰਮਸ ਇਨ ਅਕਾਊਂਟਿੰਗ। ਅਕਾਊਂਟਿੰਗ ਦੇ ਵਿੱਚ ਕਿਹੜੀਆਂ ਕਿਹੜੀਆਂ ਬੇਸਿਕ ਟਰਮਸ ਆਉਂਦੀਆਂ ਉਹ ਸਾਰੀਆਂ ਅੱਜ ਅਸੀਂ ਪੜ੍ਹਾਂਗੇ। ਇਹ ਚੈਪਟਰ 1 ਦੀ ਫਰਸਟ ਵੀਡੀਓ ਆ, ਠੀਕ ਹੈ ਜੀ। ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੋ ਕਿ ਸਭ ਤੋਂ ਹੌਟ ਟੌਪਿਕ ਆ, ਐਸੈਟਸ ਐਂਡ ਲਾਇਬਿਲਿਟੀਜ਼। ਬਹੁਤ ਸਾਰੇ ਬੱਚਿਆਂ ਨੂੰ ਕਿ ਵੱਡਿਆਂ ਨੂੰ, ਅਡਲਟਸ ਨੂੰ ਵੀ ਇਹਦਾ ਪਤਾ ਨਹੀਂ ਲੱਗਦਾ ਵੀ ਐਸੈਟ ਕੀ ਹੁੰਦੇ ਆ ਤੇ ਲਾਇਬਿਲਿਟੀ ਸਾਡੀ ਲਾਈਫ ਦੀਆਂ ਕੀ ਹੁੰਦੀਆਂ, ਠੀਕ ਹੈ। ਫਰਸਟ, ਜੋ ਕਿ ਬੁੱਕ ਦੇ ਉੱਤੇ ਤਾਂ ਬਹੁਤ ਲੰਬੀ ਚੌੜੀ ਜਿਹੜੀ ਡੈਫੀਨੇਸ਼ਨ ਦਿੱਤੀ ਹੁੰਦੀ ਆ, ਬਟ ਐਸੈਟ ਮੈਂ ਤੁਹਾਨੂੰ ਸਾਫ਼ ਸਿੰਪਲ ਵਰਡਸ ਦੇ ਵਿੱਚ ਦੱਸਦਾ ਕਿ ਜਿਹੜੀ ਵੀ ਚੀਜ਼, ਕੋਈ ਵੀ ਆਬਜੈਕਟ ਹੋਵੇ, ਚਾਹੇ ਕੋਈ ਵੀ ਤੁਹਾਡਾ ਐਗਰੀਮੈਂਟ ਹੋਵੇ, ਤੇ ਜਿਹੜੀ ਵੀ ਚੀਜ਼ ਤੁਹਾਡੀ ਜੇਬ ਦੇ ਵਿੱਚ ਪੈਸਾ ਪਾ ਰਹੀ ਆ, ਠੀਕ ਹੈ, ਉਹਨੂੰ ਅਸੀਂ ਕੀ ਕਹਿੰਦੇ, ਐਸੈਟ। ਉਹ ਕੁਝ ਵੀ ਹੋ ਸਕਦਾ ਹੈ, ਚਾਹੇ ਤੁਹਾਡਾ ਰੂਮ ਜਿਹੜਾ ਤੁਸੀਂ ਰੈਂਟ ਦੇ ਉੱਤੇ ਦਿੱਤਾ ਉਹ ਹੋ ਸਕਦਾ ਹੈ, ਚਾਹੇ ਤੁਹਾਡੀ ਗੱਡੀ ਆ, ਤੁਸੀਂ ਮੰਨ ਲਓ ਗੱਡੀ ਲੈਣੇ ਤੇ ਉਹਨੂੰ ਟੈਕਸੀ ਪਾ ਦਿੰਦੇ ਆ, ਕੋਈ ਹੋਰ ਬੰਦਾ ਚਲਾਉਂਦਾ ਉਹਨੂੰ ਤੇ ਤੁਹਾਨੂੰ ਲਿਆ ਕੇ ਪੈਸੇ ਦਿੰਦਾ, ਹਰੇਕ ਦਿਨ ਤੁਹਾਨੂੰ ਪੈਸੇ ਦਿੰਦਾ, ਕੁਝ ਵੀ 500 ਰੁਪਈਆ 1000 ਰੁਪਈਆ ਉਹ ਟੈਕਸੀ ਚਲਾਉਣ ਦਾ ਜਿਹੜਾ ਕਿਰਾਇਆ ਦਿੰਦਾ ਹੈ, ਤਾਂ ਉਹ ਤੁਹਾਡਾ ਐਸੈਟ ਹੋ ਗਿਆ, ਠੀਕ ਹੈ। ਇਹਦੇ ਵਿੱਚ ਹੋਰ ਕੀ ਹੋ ਸਕਦੇ, ਸਟਾਕਸ, ਬੌਂਡਸ, ਇਨਵੈਸਟਮੈਂਟ, ਕਈ ਸਾਰੀਆਂ ਚੀਜ਼ਾਂ ਐਸੈਟ ਦੇ ਵਿੱਚ ਆਉਣੀਆਂ ਆ। ਸੋ ਨੈਕਸਟ ਹੈਗਾ ਸਾਡਾ ਲਾਇਬਿਲਿਟੀਜ਼, ਠੀਕ ਹੈ। ਸਰ ਮੈਂ ਤੁਹਾਨੂੰ ਉਹ ਥੋੜਾ ਹੀ ਦੱਸਦਾ ਲਾਇਬਿਲਿਟੀਜ਼ ਕੀ ਹੁੰਦੀਆਂ ਆ। ਲਾਇਬਿਲਿਟੀਜ਼ ਹਮੇਸ਼ਾ ਉਹ ਚੀਜ਼ ਹੁੰਦੀ ਆ ਜਿਹੜੀ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਕੱਢਦੀ ਆ, ਠੀਕ ਹੈ ਜੀ। ਇਸ ਚੀਜ਼ ਨੂੰ ਅਸੀਂ ਕਹਿੰਦੇ ਲਾਇਬਿਲਿਟੀ। ਹੁਣ ਐਸੈਟ ਨੂੰ ਬਰੀਫ ਦੇ ਵਿੱਚ ਦੇਖਦੇ ਆ, ਤੇ ਐਸੈਟਸ ਆਰ economic resources of an enterprises that can be usefully expressed in monetary terms। ਐਂਟਰਪ੍ਰਾਈਜ਼ਸ ਦੇ ਉਹ ਸਾਰੇ ਰਿਸੋਰਸ ਜਿਨ੍ਹਾਂ ਤੋਂ ਉਹ ਪੈਸੇ ਕਮਾਉਂਦੀ ਆ ਉਹਨੂੰ ਕਹਿੰਦੇ ਆ ਐਸੈਟ, ਠੀਕ ਹੈ। ਦੂਜੀ ਡੈਫੀਨੇਸ਼ਨ ਕੀ ਆ, ਐਸੈਟਸ ਆਰ ਆਈਟਮਸ ਆਫ ਵੈਲਿਊ ਯੂਜ਼ਡ ਬਾਈ ਦਾ ਬਿਜ਼ਨਸ ਇਨ ਇਟਸ ਆਪਰੇਸ਼ਨ। ਐਸੈਟ ਜਿਹੜੇ ਆ ਉਹ ਇੱਕ ਬਿਜ਼ਨਸ ਜਿਹੜਾ ਆ ਆਪਣੇ ਆਪਰੇਸ਼ਨ ਦੇ ਵਿੱਚ ਵੀ ਯੂਜ਼ ਕਰਦਾ ਆ, ਕੀ ਕਰਨ ਦੇ ਲਈ, ਪੈਸਾ ਕਮਾਉਣ ਲਈ। ਇਸੇ ਕਰਕੇ ਬਿਜ਼ਨਸ ਕਰਦੇ ਆ। ਫੋਰ ਐਗਜ਼ਾਮਪਲ, ਇਹ ਮੈਂ ਬਹੁਤ ਯੂਜ਼ਫੁਲ ਐਗਜ਼ਾਮਪਲ ਸਾਡੀਆਂ ਨਾਰਮਲ ਲਾਈਫ ਦੇ ਵਿੱਚੋਂ ਹੀ ਲਿਖੀਆਂ ਹੋਈਆਂ ਆ। ਫੋਰ ਐਗਜ਼ਾਮਪਲ, ਸਾਡਾ ਘਰ ਆ, ਘਰ ਦੇ ਵਿੱਚ ਅਸੀਂ ਕੀ ਕਰਦੇ ਆ, 2 ਰੂਮ ਜਾਂ 1 ਰੂਮ ਰੈਂਟ ਦੇ ਉੱਤੇ ਦੇ ਦਿੰਦੇ ਆ, ਤੇ ਉਹ ਜਿਹੜੇ ਰੈਂਟਲ ਰੂਮ ਆ ਸਾਨੂੰ ਖਰਚਾ ਦੇਣ ਲੱਗ ਪੈਂਦੇ, ਸਾਡਾ ਖਰਚਾ ਚੱਕਣ ਲੱਗ ਪੈਂਦੇ। ਉਹ ਜਿਹੜੇ ਰੈਂਟਲ ਰੂਮ ਆ ਨਾ, ਉਹ ਸਾਡਾ ਐਸੈਟ ਹੋ ਗਿਆ। ਨੈਕਸਟ ਕੀ ਆਉਂਦੇ, ਸਾਡੇ ਪੇਟੈਂਟਸ, ਠੀਕ ਆ। ਪੇਟੈਂਟਸ ਹੁੰਦੇ ਆ, ਸਟਾਕਸ ਹੁੰਦੇ ਆ। ਤੁਸੀਂ ਆਪਣੇ ਟੀਚਰ ਨੂੰ ਪੁੱਛ ਸਕਦੇ ਆ ਵੀ ਸਟਾਕ ਕੀ ਹੁੰਦਾ ਹੈ, ਜਾਂ ਤੁਸੀਂ ਆਨਲਾਈਨ ਸਰਚ ਕਰ ਸਕਦੇ ਆ। ਜਿਵੇਂ ਸਟਾਕਸ ਹੁੰਦੇ ਆ, ਜਿਵੇਂ ਕੋਈ ਸ਼ੇਅਰ ਹੋ ਗਿਆ, ਠੀਕ ਹੈ ਜੀ, ਐਪਲ ਦੇ ਸ਼ੇਅਰ ਹੋ ਗਏ, ਠੀਕ ਹੈ, ਜਾਂ ਹੋ ਗਿਆ ਤੁਹਾਡੇ SBI ਬੈਂਕ ਦੇ ਕਿਸੇ ਵੀ ਐਂਟਰਪ੍ਰਾਈਜ਼ਸ ਦੇ ਸ਼ੇਅਰ ਹੋ ਗਿਆ, ਉਹ ਤੁਹਾਡਾ ਬਿਜ਼ਨਸ ਦੇ ਵਿੱਚ ਸ਼ੇਅਰ ਹੁੰਦਾ ਹੈ, ਤੇ ਉਹ ਤੋਂ ਤੁਹਾਨੂੰ ਅਕੋਰਡਿੰਗਲੀ ਪ੍ਰੋਫਿਟ ਜਾਂ ਲਾਸ ਹੋ ਜਾਂਦਾ ਹੈ, ਠੀਕ ਹੈ, ਉਹ ਸ਼ੇਅਰ ਪ੍ਰਾਈਸ ਹੋਗਾ। ਤੇ ਇਨਵੈਸਟਮੈਂਟਸ, ਤੁਹਾਡੀਆਂ ਇਨਵੈਸਟਮੈਂਟਸ ਹੁੰਦੀਆਂ, ਇਹ ਸਾਰੇ ਦੇ ਸਾਰੇ ਸਾਡੇ ਐਸੈਟ ਹੈ ਜਿਹੜੇ ਸਾਨੂੰ ਪੈਸਾ ਕਮਾ ਕੇ ਦਿੰਦੇ ਆ, ਜਾਂ ਕਿਸੇ ਇੰਟਰਪ੍ਰਾਈਜ਼ਸ ਨੂੰ ਪੈਸਾ ਕਮਾ ਕੇ ਦਿੰਦੇ ਆ। ਹੁਣ ਇੱਕ ਗੱਲ ਆਉਂਦੀ ਹੈ ਕਿ ਸਾਡਾ ਘਰ ਕੀ ਇਹ ਸਾਡਾ ਐਸੈਟ ਆ ਜਾਂ ਲਾਇਬਿਲਿਟੀ ਆ। ਹੁਣ ਦੇਖੋ, ਸੌਖੇ ਵਰਡਸ ਦੇ ਵਿੱਚ ਸਮਝਦੇ ਆ ਕਿ ਅਗਰ ਤਾਂ ਸਾਡਾ ਘਰ ਜਿਹੜਾ ਆ ਉਹ ਹਮੇਸ਼ਾ ਘਰ ਦੇ ਉੱਤੇ ਖਰਚਾ ਕਰਨਾ ਪੈਂਦਾ ਹੈ, ਠੀਕ ਹੈ ਜੀ। ਬੇਸ਼ੱਕ ਉਹਦਾ ਇਲੈਕਟ੍ਰਿਸਿਟੀ ਦਾ ਬਿੱਲ ਹੋਵੇ, ਚਾਹੇ ਜਿਹੜੀ ਵੀ ਮਰਜ਼ੀ ਮੇਨਟੇਨੈਂਸ ਦਾ ਬਿੱਲ ਹੋਵੇ, ਸਾਡਾ ਘਰ ਦੇ ਉੱਤੇ ਹਮੇਸ਼ਾ ਖਰਚਾ ਹੁੰਦਾ ਹੀ ਰਹਿੰਦਾ ਹੈ, ਤੇ ਉਹ ਸਾਡਾ ਐਸੈਟ ਨਹੀਂ ਹੋਇਆ, ਉਹ ਸਾਡੀ ਲਾਇਬਿਲਿਟੀ ਹੋਇਆ, ਠੀਕ ਹੈ ਜੀ। ਹੁਣ ਨੈਕਸਟ ਦੇਖਦੇ ਆ, ਐਸੈਟਸ ਦੀਆਂ ਕਿੰਨੀਆਂ ਫਾਰਮਸ ਹੁੰਦੀਆਂ। ਐਸੈਟ ਦੀਆਂ 2 ਫਾਰਮ ਹੁੰਦੀਆਂ, ਨਾਨ ਕਰੰਟ ਐਸੈਟ ਤੇ ਕਰੰਟ ਐਸੈਟਸ। ਹੁਣ ਮੇਰੇ ਦੋਸਤੋ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ RDC, ਇਹ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਤੇ ਇਹਨੂੰ ਸਬਸਕ੍ਰਾਈਬ ਕਰੋ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਤੁਹਾਨੂੰ ਹੋਰ ਵੀ ਜ਼ਿਆਦਾ ਅਕਾਊਂਟਿੰਗ ਦੀਆਂ +1 ਦੀਆਂ +2 ਦੀਆਂ ਵੀਡੀਓਜ਼ ਅਸੀਂ ਇਹਦੇ ਉੱਤੇ ਅਪਲੋਡ ਕਰੀਏ। ਤੇ ਜੋ ਵੀ ਤੁਹਾਨੂੰ ਇਹਦੇ ਵਿੱਚ ਦਿੱਕਤ ਆਉਂਦੀ ਆ, ਡਿਫਿਕਲਟੀ ਆਉਂਦੀ ਹੈ ਅਕਾਊਂਟਿੰਗ ਦੇ ਵਿੱਚ, ਅਕਾਊਂਟਸ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ, ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਆ, ਠੀਕ ਹੈ ਜੀ। ਸੋ ਅਸੀਂ ਗੱਲ ਕਰ ਰਹੇ ਸੀ ਐਸੈਟਸ ਦੀ। ਐਸੈਟ ਦੇ ਵਿੱਚ ਆਉਂਦੇ ਸਾਡੇ ਨਾਨ ਕਰੰਟ ਐਸੈਟ ਤੇ ਕਰੰਟ ਐਸੈਟਸ। ਹੁਣ ਨਾਨ ਕਰੰਟ ਐਸੈਟ ਕਿਹੜੇ ਹੁੰਦੇ, ਜਿਵੇਂ ਕਿ ਲੌਂਗ ਟਰਮ ਇਨਵੈਸਟਮੈਂਟ ਹੋ ਗਈਆਂ, ਜਿਵੇਂ ਫੋਰ ਐਗਜ਼ਾਮਪਲ ਪ੍ਰਾਪਰਟੀ ਹੋ ਗਈ। ਕੋਈ ਪ੍ਰਾਪਰਟੀ ਲੈਂਦੇ ਆ ਅਸੀਂ, ਉਹਨੂੰ ਕਾਫੀ ਲੰਬੇ ਸਮੇਂ ਲਈ ਰੱਖਦੇ ਆ ਤਾਂ ਕਿ ਉਹਦੇ ਰੇਟ ਵੱਧ ਜਾਣ, ਉਹ ਸਾਡੇ ਨਾਨ ਕਰੰਟ ਐਸੈਟ ਆ। ਕਰੰਟ ਐਸੈਟ ਦੇ ਵਿੱਚ ਸਾਡਾ ਹੁੰਦਾ ਕੈਸ਼ ਜਾਂ ਲਿਕੁਇਡਿਟੀ। ਉਹ ਕੈਸ਼ ਜਿਹੜਾ ਸਾਡੇ ਹੱਥਾਂ ਦੇ ਵਿੱਚ ਆ ਉਹਨੂੰ ਕਹਿੰਦੇ ਅਸੀਂ ਲਿਕੁਇਡਿਟੀ, ਠੀਕ ਹੈ ਜੀ। ਹੁਣ ਨਾਨ ਕਰੰਟ ਐਸੈਟਸ ਦੇ ਵਿੱਚ ਆਉਂਦੇ ਫਿਕਸਡ ਐਸੈਟ, ਜਿਹੜੇ ਕਿ ਹੋ ਸਕਦੇ ਆ ਲੈਂਡ ਜਾਂ ਫੁੱਲੀ ਫੰਕਸ਼ਨਿੰਗ ਬਿਲਡਿੰਗ। ਇੱਕ ਇੱਦਾਂ ਦੀ ਬਿਲਡਿੰਗ ਜਿਹੜੀ ਪੂਰੀ ਤਰ੍ਹਾਂ ਨਾਲ ਫੰਕਸ਼ਨਲ ਆ, ਆਪਰੇਸ਼ਨਲ ਆ, ਉਹਨੂੰ ਅਸੀਂ ਕਿਰਾਏ 'ਤੇ ਦੇ ਸਕਦੇ ਹਾਂ, ਜਾਂ ਉਹਦੇ ਵਿੱਚ ਬਿਜ਼ਨਸ ਵਗੈਰਾ ਵੀ ਚਲਾ ਸਕਦੇ ਹਾਂ। ਨੈਕਸਟ ਸਾਡਾ ਨਾਨ ਕਰੰਟ ਐਸੈਟ ਦੇ ਵਿੱਚ ਆਉਂਦਾ ਨਾਨ ਕਰੰਟ ਇਨਵੈਸਟਮੈਂਟ, ਜਿਵੇਂ ਕਿ ਲੈਂਡ ਹੋ ਗਿਆ,
ਪਲਾਂਟ ਜਾਂ ਇਕਵਿਪਮੈਂਟ ਹੋ ਗਿਆ। ਪਲਾਂਟ ਹੁਣ ਕਿੱਦਾਂ, ਜਿਵੇਂ ਕਿ ਡੇਅਰੀ ਫਾਰਮ ਹੋ ਗਿਆ, ਇੱਕ ਪਲਾਂਟ ਹੋ ਗਿਆ ਪੂਰੇ ਦਾ ਪੂਰਾ ਫੁੱਲੀ ਫੰਕਸ਼ਨਲ, ਜਾਂ ਕੋਈ ਮਿਲਕ ਪਲਾਂਟ ਹੋ ਗਿਆ, ਇਦਾਂ ਦਾ ਜਿੱਥੇ ਕੋਈ ਇਕਵਿਪਮੈਂਟ ਲੱਗੇ ਹੁੰਦੇ, ਉਹ ਸਾਰੇ ਦਾ ਸਾਰਾ ਪਲਾਂਟ ਹੋ ਗਿਆ। ਨੈਕਸਟ ਹੈਗਾ ਆ ਡਿਫਰਡ ਟੈਕਸ ਐਸੈਟਸ। ਡਿਫਰਡ ਟੈਕਸ ਐਸੈਟ ਦੇ ਵਿੱਚ ਕੀ ਆਉਂਦਾ, ਡਿਫਰੈਂਸ ਬਿਟਵੀਨ ਅਕਾਊਂਟਿੰਗ ਰੂਲਸ ਐਂਡ ਟੈਕਸ ਰੂਲ, ਦੋਨਾਂ ਦੇ ਵਿੱਚ ਜਿਹੜਾ ਡਿਫਰੈਂਸ ਆ ਨਾ, ਉਹਨੂੰ ਕਹਿੰਦੇ ਆ ਸਾਡਾ ਡਿਫਰਡ ਟੈਕਸ ਐਸੈਟਸ। ਨੈਕਸਟ ਸਾਡੇ ਆਉਂਦੇ ਲੌਂਗ ਟਰਮ ਲੋਨ ਐਂਡ ਐਡਵਾਂਸਸ, ਜਿਹੜੇ ਅਸੀਂ ਲੌਂਗ ਟਰਮ ਲੋਨ ਦਿੱਤੇ ਹੋਏ ਆ, ਯਾਨੀ ਕਿ 2-2 ਸਾਲ ਲਈ ਜਾਂ 3 ਸਾਲਾਂ ਜਾਂ 5 ਸਾਲਾਂ ਲਈ ਜਾਂ ਸਾਲ ਦੇ ਲਈ ਜਿਹੜੇ ਲੋਨ ਦਿੱਤੇ ਹੋਏ ਆ, ਉਹਨੂੰ ਲੌਂਗ ਟਰਮ ਲੋਨ ਕਹਿੰਦੇ ਆ। ਤੇ ਹੋਰ ਸਾਡੇ ਆਉਂਦੇ ਅਦਰ ਐਸੈਟਸ। ਹੁਣ ਇਹ ਸਾਰੀਆਂ ਫਾਰਮਸ ਸੀਗੀਆਂ ਨੌਨ ਕਰੰਟ ਐਸੈਟਸ ਦੀਆਂ, ਇਹਨੂੰ ਮੈਂ ਏ ਪਾਰਟ ਦਿੱਤਾ ਹੋਇਆ। ਹੁਣ ਏ ਪਾਰਟ ਦੇ ਵਿੱਚ ਅਸੀਂ ਫਿਕਸਡ ਐਸੈਟ ਬਾਰੇ ਜਾਣਦੇ ਹਾਂ ਕਿ ਅੱਗੇ ਹੋਰ ਕੀ ਹੁੰਦੇ ਆ। ਸੋ ਨੌਨ ਕਰੰਟ ਐਸੈਟਸ ਦੇ ਵਿੱਚ ਜਿਹੜਾ ਫਿਕਸਡ ਐਸੈਟ ਆ, ਉਹ 'ਚ ਅੱਗੇ ਆਉਂਦੇ ਆ ਟੈਂਜੀਬਲ ਐਸੈਟਸ। ਟੈਂਜੀਬਲ ਐਸੈਟਸ ਦੀਆਂ ਐਗਜ਼ਾਮਪਲ ਹੈਗੀਆਂ ਆ, ਲੈਂਡ ਹੋ ਗਿਆ, ਲੈਂਡ ਅਸੀਂ ਕੋਈ ਲੀਜ਼ ਦੇ ਉੱਤੇ ਦਿੱਤਾ, ਉਹਦੇ ਸਾਨੂੰ ਪੈਸੇ ਆਈ ਜਾਂਦੇ, ਉਹ ਸਾਡਾ ਹੈਗਾ ਟੈਂਜੀਬਲ ਐਸੈਟ। ਜਾਂ ਬਿਲਡਿੰਗ ਜਾਂ ਮਸ਼ੀਨਰੀ ਹੋ ਗਈ, ਜਿਵੇਂ ਮਸ਼ੀਨਰੀ ਅਸੀਂ JCB ਵਗੈਰਾ ਲੈ ਕੇ ਕਿਰਾਏ ਤੇ ਚਲਾਉਣ ਲਈ ਦੇ ਦਿੰਦੇ ਆ, ਜਾਂ ਕੋਈ ਹੋਰ ਇਕਵਿਪਮੈਂਟ ਹੋ ਗਿਆ ਸੇਮ ਤਰੀਕੇ ਦਾ ਹੀ। ਅੱਗੇ ਹੋ ਗਿਆ ਇੰਟੈਂਜੀਬਲ ਐਸੈਟਸ, ਇਹ 'ਚ ਸਾਡੇ ਆਉਂਦੇ ਵਹੀਕਲ ਤੇ ਇਨਵੈਸਟਰੀਜ਼ ਆਉਂਦੀਆਂ ਆ। ਠੀਕ ਹੈ ਜੀ, ਵਹੀਕਲ ਜਾਂ ਇਨਵੈਸਟਰੀਜ਼ ਅਸੀਂ ਲੈ ਕੇ ਜਿਹੜੀਆਂ ਸਾਨੂੰ ਪੈਸਾ ਕਮਾ ਕੇ ਦਿੰਦੀਆਂ। ਨੈਕਸਟ ਹੈਗਾ ਕੈਪੀਟਲ ਵਰਕ ਇਨ ਪ੍ਰੋਗਰੈਸ, ਇਹ 'ਚ ਕੀ ਆਉਂਦੀ ਕਾਸਟ ਆਫ ਕੰਸਟਰਕਸ਼ਨ ਆਫ ਬਿਲਡਿੰਗ, ਇਹ ਵੀ ਸਾਡਾ ਫਿਕਸਡ ਐਸੈਟ ਦੇ ਵਿੱਚ ਹੀ ਆਉਂਦਾ ਹੈ। ਇੰਟੈਂਜੀਬਲ ਐਸੈਟਸ ਅੰਡਰ ਡਿਵੈਲਪਮੈਂਟ, ਇਹ 'ਚ ਕੀ ਆਉਂਦੇ ਆ ਕਾਪੀਰਾਈਟਸ। ਕਾਪੀਰਾਈਟ ਜਿੱਦਾਂ ਅੱਜ ਕੱਲ੍ਹ ਗਾਣੇ ਚੱਲਦੇ, ਉਹਨਾਂ ਦੇ ਕਾਪੀਰਾਈਟ ਹੁੰਦੇ ਆ। ਅਸੀਂ ਉਹ ਗਾਣਾ ਜੇ ਕੋਈ ਵੀ ਬੰਦਾ ਉਸ ਗਾਣੇ ਨੂੰ ਯੂਜ਼ ਕਰਦਾ ਕਾਪੀਰਾਈਟ, ਤਾਂ ਜਿਹਦਾ ਕਾਪੀਰਾਈਟ ਹੈ ਉਹਨੂੰ ਹੀ ਪੈਸੇ ਜਾਂਦੇ ਆ। ਨੈਕਸਟ ਹੈਗੇ ਪੇਟੈਂਟ ਰਾਈਟਸ ਤੇ ਆਪਰੇਟਿੰਗ ਰਾਈਟਸ। ਆਪਰੇਟਿੰਗ ਰਾਈਟ ਜਿਵੇਂ ਹੁਣ ਸਾਡਾ IPL ਦੇ ਮੈਚ ਹੁੰਦੇ, ਉਹਨੂੰ ਕੋਈ ਨਾ ਕੋਈ ਇੱਕ ਖਾਸ ਚੈਨਲ ਦੇ ਉੱਤੇ ਦਿਖਾਇਆ ਜਾਂਦਾ ਹੈ। ਠੀਕ ਹੈ, ਤੇ ਉਹ ਜਿਹੜਾ ਉਹ ਸਰਕਾਰ ਤੋਂ ਆਪਰੇਸ਼ਨਲ ਰਾਈਟ ਲੈ ਲੈਂਦਾ ਕਿ ਅਸੀਂ ਜਿਹੜਾ ਇਹ ਮੈਚ ਆ ਅਸੀਂ ਦਿਖਾਉਣਾ, ਇਹਨੂੰ ਆਪਰੇਸ਼ਨਲ ਰਾਈਟ ਕਹਿੰਦੇ ਆ। ਠੀਕ ਹੈ ਜੀ, ਇਹ ਸਾਰੀਆਂ ਫਾਰਮ ਸੀਗੀਆਂ ਨੌਨ ਕਰੰਟ ਐਸੈਟਸ ਦੀਆਂ। ਜੇ ਕੋਈ ਵੀ ਚੀਜ਼ ਨਹੀਂ ਪਤਾ ਲੱਗਦੀ ਤਾਂ ਬੈਕ ਜਾ ਕੇ ਬਾਰ-ਬਾਰ ਦੇਖੀ ਜਾਓ। ਸੋ ਮੇਰੇ ਦੋਸਤੋ, ਸਾਡਾ ਚੈਨਲ ਤੁਸੀਂ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਵੀ ਕਰਨਾ, ਵਿਜ਼ਡਮ ਐਜੂਕੇਸ਼ਨ ਪੁਆਇੰਟ RDC। ਠੀਕ ਹੈ ਜੀ, ਹੁਣ ਹੈਗੇ ਸਾਡੇ B ਪਾਰਟ ਕਰੰਟ ਐਸੈਟਸ। ਕਰੰਟ ਐਸੈਟਸ ਦੇ ਵਿੱਚ ਆਉਂਦੇ ਸਾਡੇ ਕਰੰਟ ਇਨਵੈਸਟਮੈਂਟ, ਜਿਹੜੀਆਂ ਅਸੀਂ ਇਨਵੈਸਟਮੈਂਟਸ ਕੀਤੀਆਂ ਹੋਈਆਂ, ਇਨਵੈਸਟਰੀਜ਼ ਆਉਣੀਆਂ, ਟ੍ਰੇਡ ਰਿਸੀਵੇਬਲਸ ਆਉਣੀਆਂ, ਕੈਸ਼ ਐਂਡ ਕੈਸ਼ ਇਕਵਿਪਮੈਂਟਸ ਆ ਜਾਂਦੇ ਆ, ਸ਼ਾਰਟ ਟਰਮ ਲੋਨ ਐਂਡ ਐਡਵਾਂਸਸ ਆ ਜਾਂਦੇ ਆ, ਜਿਹੜੇ ਅਸੀਂ ਥੋੜ੍ਹੇ ਟਾਈਮ ਲਈ ਦਿੱਤੇ, ਉਹ 3 ਮਹੀਨਿਆਂ ਲਈ, 6 ਲਈ ਜਾਂ 9 ਮਹੀਨਿਆਂ ਲਈ, ਇਹ ਸ਼ਾਰਟ ਟਰਮ ਹੁੰਦੇ ਆ। ਤੇ ਅਦਰ ਕਰੰਟ ਐਸੈਟਸ ਆ ਜਾਂਦੇ ਆ। ਇਹ ਸਾਰੀਆਂ ਸਾਡੀਆਂ ਕਰੰਟ ਐਸੈਟਸ ਦੀਆਂ ਹੀ ਫਾਰਮ ਹੈ, ਜਿਹੜੀਆਂ ਕਿ ਛੋਟੇ ਟਾਈਮ ਲਈ ਅਸੀਂ ਦਿੰਦੇ ਆ। ਠੀਕ ਹੈ, ਸੋ ਨੈਕਸਟ ਸਾਡੇ ਕੋਲ ਕੀ ਆਉਂਦਾ ਹੈ, ਲਾਇਬਿਲਿਟੀਜ਼। ਹੁਣ ਐਸੈਟ ਤੇ ਲਾਇਬਿਲਿਟੀ ਵਿੱਚ ਤੁਹਾਨੂੰ ਫਰਕ ਤਾਂ ਪਤਾ ਲੱਗੇ ਗਿਆ ਹੋਣਾ ਕਿ ਐਸੈਟ ਸਾਡੀ ਜੇਬ ਦੇ ਵਿੱਚ ਪੈਸਾ ਪਾਉਂਦੇ ਆ, ਲਾਇਬਿਲਿਟੀਆਂ ਸਾਡੀ ਜੇਬ 'ਚੋਂ ਪੈਸਾ ਕੱਢਦੀਆਂ। ਜਿਵੇਂ ਕਿ ਤੁਹਾਡੇ ਗਰਾਜ ਵਿੱਚ ਖੜੀ ਹੋਈ ਕਾਰ, ਉਹਦੇ ਉੱਤੇ ਹਮੇਸ਼ਾ ਤੁਹਾਨੂੰ ਖਰਚਾ ਕਰਨਾ ਪੈਣਾ, ਉਹ ਤੁਹਾਡੀ ਲਾਇਬਿਲਿਟੀ ਆ। ਹੁਣ ਇੱਕ ਇੰਟਰਪ੍ਰਾਈਜ਼ਸ ਦੇ ਫਾਰਮ ਦੇ ਵਿੱਚ ਦੇਖ ਲੈਂਦੇ ਆ ਕਿ ਲਾਇਬਿਲਿਟੀ ਕੀ ਹੁੰਦੀ ਆ। Liabilities are the debts that an enterprise has to pay at some time in the future। ਇੱਕ ਇੰਟਰਪ੍ਰਾਈਜ਼ ਜਾਂ ਬਿਜ਼ਨਸ ਇੰਟਰਪ੍ਰਾਈਜ਼ਸ ਦੇ ਲਈ ਲਾਇਬਿਲਿਟੀ ਕੀ ਹੁੰਦੀ, ਉਹ ਵਾਲਾ ਖਰਚਾ ਜਾਂ ਉਹ ਵਾਲਾ ਕਰਜ਼ ਜਿਹੜਾ ਕਿ ਉਹਨੂੰ ਕਦੇ ਨਾ ਕਦੀ ਵਾਪਸ ਚੁਕਾਉਣਾ ਹੀ ਪੈਣਾ, ਉਹਦੀ ਲਾਇਬਿਲਿਟੀ ਆ। ਠੀਕ ਹੈ ਜੀ, ਲਾਇਬਿਲਿਟੀ ਦੀਆਂ ਹੁਣ ਦੇਖ ਲਓ ਕਿ ਟਾਈਪਸ ਕਿੰਨੀਆਂ, 2 ਤਰ੍ਹਾਂ ਦੀਆਂ, ਨੌਨ ਕਰੰਟ ਤੇ ਕਰੰਟ। ਨੌਨ ਕਰੰਟ ਵਿੱਚ ਦੇਖ ਲਓ ਲੌਂਗ ਟਰਮ ਬੋਰੋਇੰਗ, ਜਿਹੜਾ ਉਹਨੇ ਲੰਬੇ ਸਮੇਂ ਲਈ ਉਧਾਰ ਲਿਆ ਹੋਇਆ ਪੈਸਾ ਹੈ। ਅੱਗੇ ਹੈਗਾ ਡਿਫਰਡ ਟੈਕਸ ਲਾਇਬਿਲਿਟੀਜ਼, ਤੇ ਅੱਗੇ ਹੈਗਾ ਲੌਂਗ ਟਰਮ ਅਦਰ ਲੌਂਗ ਟਰਮ ਲਾਇਬਿਲਿਟੀਜ਼ ਆਉਣੀਆਂ। ਅੱਗੇ ਲੌਂਗ ਟਰਮ ਪ੍ਰੋਵੀਜ਼ਨਸ ਆ ਜਾਂਦੀਆਂ, ਜਿਹੜੀਆਂ ਕਿ ਪ੍ਰੋਵੀਜ਼ਨਸ ਹੁੰਦੀਆਂ ਰਹਿੰਦੀਆਂ। ਠੀਕ ਹੈ, ਇਹ ਸਾਰੀਆਂ ਨੌਨ ਕਰੰਟ ਦੇ ਵਿੱਚ ਆ ਜਾਂਦੀਆਂ। ਸੋ ਅੱਗੇ ਹੈਗਾ ਕਰੰਟ ਲਾਇਬਿਲਿਟੀਜ਼, ਸ਼ਾਰਟ ਟਰਮ ਬੋਰੋਇੰਗ, ਜਿਹੜੀ ਅਸੀਂ ਥੋੜ੍ਹੇ ਸਮੇਂ ਲਈ ਬੋਰੋਇੰਗ ਕੀਤੀ ਹੈ ਜਾਂ ਪੈਸੇ ਉਧਾਰ ਲਏ ਆ। ਟ੍ਰੇਡ ਪੇਬਲਸ, ਟ੍ਰੇਡ ਪੇਬਲ ਜਿਹੜੇ ਹੁਣ ਵਪਾਰ ਜਦੋਂ ਅਸੀਂ ਕਰਦੇ ਹਾਂ ਤਾਂ ਉਹਦੇ ਸਾਨੂੰ ਪੇਬਲ ਹੁੰਦੇ ਆ, ਵੀ ਅਸੀਂ ਉਹਨੂੰ ਪੇ ਕਰਨਾ ਹੁੰਦਾ। ਆ ਗਿਆ ਅਦਰ ਕਰੰਟ ਲਾਇਬਿਲਿਟੀਜ਼ ਐਂਡ ਸ਼ਾਰਟ ਟਰਮ ਪ੍ਰੋਵੀਜ਼ਨਸ, ਇਹ ਸਾਰੀਆਂ ਲਾਇਬਿਲਿਟੀਜ਼ ਦੀਆਂ ਫਾਰਮ ਆ। ਸੋ ਮੇਰੇ ਦੋਸਤੋ, ਨੈਕਸਟ ਵੀਡੀਓ ਦੇ ਵਿੱਚ ਅਸੀਂ ਬਾਕੀ ਦੀਆਂ ਬੇਸਿਕ ਟਰਮਸ ਕਵਰ ਅਪ ਕਰਾਂਗੇ। ਸੋ ਪਲੀਜ਼ ਇਹਨੂੰ ਸ਼ੇਅਰ ਕਰੋ, ਕਮੈਂਟ ਕਰੋ ਤੇ ਲਾਈਕ ਕਰੋ, ਸਬਸਕ੍ਰਾਈਬ ਕਰੋ।